ਤੁਸੀਂ ਦੇਖ ਰਹੇ ਹੋ पटियाला न्यूज़ टीवी। मैं विनोद सिंगला। किसान संगठनों द्वारा नए कृषि बिल पर दिए जा रहे धरना प्रदर्शनों एवं इनसे जुड़े कुछ सवालों पर आज हम चर्चा करेंगे। हमारे साथ जुड़ चुके हैं भारतीय जनता पार्टी पंजाब कार्यकारी सदस्य श्री गुरतेज सिंह ढिल्लों जी। ढिल्लों जी, ਤੁਹਾਡਾ स्वागत है हमारे चैनल ਵਿੱਚ। ਧੰਨਵਾਦ ਜੀ, ਬਹੁਤ ਬਹੁਤ। ਮੈਨੂੰ ਵੀ ਬੜਾ ਅੱਛਾ ਲੱਗ ਰਿਹਾ ਅੱਜ ਤੁਹਾਡੇ ਮਾਧਿਅਮ ਰਾਹੀਂ ਅਸੀਂ ਪੰਜਾਬ ਦੇ ਲੋਕਾਂ 'ਚ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਤੇ ਤੁਹਾਡਾ ਮੈਂ ਚੈਨਲ ਦਾ ਤੁਹਾਡੀ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਹਾਂ। ਬਹੁਤ ਬਹੁਤ ਧੰਨਵਾਦ। ਤੇ ਢਿੱਲੋਂ ਜੀ, ਸਭ ਤੋਂ ਪਹਿਲਾਂ ਸਾਡਾ ਜਿਹੜਾ ਕੁਐਸਚਨ ਹੈ, ਕਿਹੜੇ ਕਿਸਾਨ ਸੰਗਠਨ ਧਰਨਾ ਦੇ ਰਹੇ ਨੇ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਦੇਖੋ, ਜਿਹੜੇ ਕਿਸਾਨ ਜਥੇਬੰਦੀਆਂ ਧਰਨੇ ਦੇ ਰਹੀਆਂ ਨੇ ਉਹਨਾਂ ਦਾ ਬਹੁਤ ਵੱਡਾ ਇੱਥੋਂ ਦੀ ਸਰਕਾਰ ਨੇ, ਇੱਥੋਂ ਦੇ ਕਾਂਗਰਸ ਦੇ ਲੀਡਰਸ ਨੇ, ਆਮ ਆਦਮੀ ਪਾਰਟੀ ਦੇ ਜਿਹੜੀਆਂ ਸਾਡੀਆਂ ਵਿਰੋਧੀ ਪਾਰਟੀਆਂ ਨੇ, ਉਹਨਾਂ ਨੇ ਇੱਕ ਬਹੁਤ ਵੱਡਾ ਭਰਮ ਆਰਡੀਨੈਂਸਿਸ ਦੇ ਬਾਰੇ ਜਿਹੜੇ ਹੁਣ ਬਿੱਲ ਦਾ ਰੂਪ ਧਾਰਨ ਕਰ ਚੁੱਕੇ ਨੇ, ਉਹਨਾਂ ਨੂੰ ਉਹਦੇ ਰਿਗਾਰਡਿੰਗ ਇੱਕ ਬਹੁਤ ਵੱਡਾ ਭੁਲੇਖਾ ਵੀ ਆ ਕਿਸਾਨ ਮਾਰੂ ਨੇ ਜੀ, ਆਹ ਤੁਹਾਡੇ ਜ਼ਮੀਨਾਂ 'ਤੇ ਕਬਜ਼ੇ ਹੋ ਜਾਣਗੇ, ਤੁਸੀਂ ਗੁਲਾਮ ਹੋ ਜਾਓਗੇ, ਤੁਸੀਂ ਤੁਹਾਡੇ 'ਤੇ ਈਸਟ ਇੰਡੀਆ ਕੰਪਨੀ ਜਿਵੇਂ ਆਈ ਸੀ ਪਹਿਲਾਂ ਉਵੇਂ ਵਪਾਰੀ ਆਉਣਗੇ। ਤਾਂ ਇਹ ਜਿਹੇ ਹਊਏ ਕ੍ਰੀਏਟ ਕਰਤੇ ਇੱਥੋਂ ਦੀ ਜਿਹੜੀ ਆਪੋਜੀਸ਼ਨ ਸਰਕਾਰ ਪੰਜਾਬ 'ਚ ਬੈਠੀ ਹੈ, ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਇਹਨਾਂ ਲੋਕਾਂ ਨੇ ਇੰਨਾ ਘੁੜਤਨ ਪੈਦਾ ਕਰਤੀ, ਲੋਕਾਂ ਨੂੰ ਸਹੀ ਚੀਜ਼ ਦੀ ਸਮਝ ਨਹੀਂ ਆ ਰਹੀ। ਤਾਂ ਮੈਂ ਕਿਸਾਨ ਜਥੇਬੰਦੀਆਂ ਤੁਹਾਡੇ ਚੈਨਲ ਦੇ ਰਾਹੀਂ ਦੱਸਣਾ ਚਾਹੁੰਦਾ, ਕਿਰਪਾ ਕਰਕੇ ਤੁਸੀਂ ਇੱਕ ਵਾਰੀ ਇਹ ਬਿੱਲ ਕਿਸੇ ਆਪਣੇ ਪਰਿਵਾਰ 'ਚ ਬੈਠ ਕੇ ਕਿਸੇ ਪੜ੍ਹੇ ਲਿਖੇ ਆਪਣੇ ਮੁੰਡੇ ਤੋਂ ਪੜ੍ਹਾਓ ਜਾਂ ਕਿਸੇ ਵਕੀਲ ਤੋਂ ਪੜ੍ਹਾਓ ਤਾਂ ਜੋ ਤੁਹਾਨੂੰ ਦੱਸ ਸਕੇ। ਤਾਂ ਇਹਦੇ ਵਾਸਤੇ ਸਾਡੀ ਸਰਕਾਰ ਨੇ ਇੱਕ ਹੋਰ ਉਪਰਾਲਾ ਕੀਤਾ ਵੀ ਪੰਜਾਬ 'ਚ ਪੰਜਾਬੀ 'ਚ ਅਨੁਵਾਦ ਕਰਕੇ ਵੀ ਅਸੀਂ ਬਿੱਲਾਂ ਦੀਆਂ ਕਾਪੀਆਂ ਪਿੰਡਾਂ 'ਚ ਦੇ ਰਹੇ ਹਾਂ, ਲੋਕਾਂ ਨੂੰ ਦੇ ਰਹੇ ਹਾਂ। ਤੁਸੀਂ ਉਹ ਪੜ੍ਹੋ ਪਹਿਲਾਂ, ਜਿੱਥੇ ਤੁਹਾਨੂੰ ਕੋਈ ਸ਼ੰਕਾ ਲੱਗਦਾ ਅਸੀਂ ਸਾਡੇ ਦਰਵਾਜ਼ੇ ਖੁੱਲ੍ਹੇ, ਅਸੀਂ ਸਾਡੇ ਨਾਲ ਗੱਲ ਕਰ ਸਕਦੇ ਹਾਂ। ਤੇ ਜਿਹੜਾ ਇਹ ਬਿੱਲ ਹੈ, ਕਿਸਾਨਾਂ ਦੇ ਲਾਭ ਦੇ ਲਈ ਇਹ ਬਿੱਲ ਜਾਂ ਕਿਵੇਂ, ਕਿਸ ਤਰ੍ਹਾਂ ਜੀ? ਦੇਖੋ, ਜਿਹੜੀ ਵੀ ਪਾਰਟੀ ਸਰਕਾਰ, ਜਿਹਦੀ ਵੀ ਪਾਰਟੀ ਦੀ ਸਰਕਾਰ ਬਣਦੀ ਹੈ, ਜਿੱਥੇ ਤੱਕ ਸਾਡੀ ਸੋਚ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੋਚ ਹੈ ਉਹ ਹੈਗੀ ਲੋਕ ਹਿੱਤਾਂ 'ਚ ਫੈਸਲੇ ਕਰਨੇ, ਚਾਹੇ ਉਹ ਕਿਸਾਨ ਹੈ, ਮਜ਼ਦੂਰ ਹੈ, ਵਪਾਰੀ ਵਰਗ ਹੈ, ਨੌਜਵਾਨ ਵਰਗ ਹੈ, ਪੜ੍ਹੇ ਲਿਖੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨਾ। ਅਸੀਂ ਸਾਰਿਆਂ ਦਾ ਧਿਆਨ ਰੱਖ ਕੇ ਅਸੀਂ ਸੈਂਟਰ 'ਚ ਜਿਹੜੀ ਕੈਬਨਿਟ ਹੈ ਉਹ ਫੈਸਲੇ ਕਰਦੀ ਹੈ, ਚਰਚਾ ਹੁੰਦੀ ਹੈ ਉਹਨਾਂ 'ਤੇ ਖੁੱਲ੍ਹੇ ਮਨ ਨਾਲ, ਅਤੇ ਜੋ ਪੰਜਾਬ ਦੇ ਦੇਸ਼ ਦੇ ਹਿੱਤ 'ਚ ਹੁੰਦਾ ਹੈ ਵੀ ਜਿਸ ਦੇਸ਼ ਦਾ ਭਲਾ ਹੋ ਸਕੇ ਉਹੋ ਜਿਹੇ ਫੈਸਲੇ ਲਾਗੂ ਹੁੰਦੇ ਨੇ। ਤਾਂ ਇਹਦੇ 'ਚ ਤਾਂ ਕੁਐਸਚਨ ਹੀ ਨਹੀਂ ਹੈਗਾ ਕਿ ਆਹ ਉਹਨਾਂ ਦੇ ਖਿਲਾਫ ਨੇ। ਅਸੀਂ ਕਿਵੇਂ ਖਿਲਾਫ ਸੋਚ ਸਕਦੇ ਹਾਂ? ਨਾਟ ਓਨਲੀ ਕਿਸਾਨ, ਕਿਸੇ ਵੀ ਵਰਗ ਦੇ ਖਿਲਾਫ, ਚਾਹੇ ਉਹ ਵਪਾਰੀ ਹੈ, ਚਾਹੇ ਕਿਸਾਨ ਹੈ, ਮਜ਼ਦੂਰ ਹੈ, ਖੇਤ ਮਜ਼ਦੂਰ ਹੈ, ਜਾਂ ਹੋਰ ਵੀ ਇੱਥੇ ਸਰਕਾਰੀ ਇੰਪਲੋਈਜ਼ ਨੇ, ਅਸੀਂ ਕਿਸੇ ਵੀ ਵਰਗ ਦੇ ਖਿਲਾਫ ਸੋਚ ਹੀ ਨਹੀਂ ਸਕਦੇ, ਚਾਹੇ ਕਿਸਾਨ। ਆਹ ਤਾਂ ਕੁਐਸਚਨ ਹੀ ਨਹੀਂ, ਡਜ਼ਨਟ ਰਾਈਜ਼। ਇਹ ਸਾਰਾ ਜਿਹੜਾ ਬਿੱਲ ਪਾਸ ਹੋਇਆ ਹੈ ਆਰਥਿਕ ਤੌਰ 'ਤੇ ਕਿਸਾਨਾਂ ਨੂੰ ਲਾਭ ਦਿੰਦਾ ਹੈ ਅਤੇ ਬਹੁਤ ਸਾਰੇ ਵੀ ਜਿਹੜੇ ਵਪਾਰੀ ਬੰਦੇ ਨੇ ਸਭ ਨੂੰ ਬੈਨੀਫਿਟ ਹੀ ਦੇਗੇ। ਦੇਖੋ, ਮੈਂ ਉਹ ਕਹਿਣਾ ਚਾਹੁੰਦਾ ਕਿ ਜਿਹੜਾ ਪਹਿਲੀ ਗੱਲ ਤਾਂ ਮੈਂ ਕਿਸਾਨ ਜਥੇਬੰਦੀਆਂ ਨੂੰ ਦੱਸਣਾ ਚਾਹੁੰਦਾ, ਦੋ ਤਿੰਨ ਭਰਮ ਭੁਲੇਖੇ ਪਾਏ ਜਾ ਰਹੇ ਨੇ। ਪਹਿਲਾ ਭਰਮ ਭੁਲੇਖਾ ਪਾਇਆ ਜਾ ਰਿਹਾ ਕਿ ਕਾਂਗਰਸ ਜਿਹੜੀ ਮੌਜੂਦਾ ਸਰਕਾਰ ਹੈ ਆਹ ਭੁਲੇਖਾ ਪਾ ਰਹੇ ਨੇ, ਇਹਨਾਂ ਦਾ ਜਿਹੜਾ ਸੁਨੀਲ ਜਾਖੜ ਪ੍ਰਧਾਨ ਨੇ ਉਹ ਲੋਕਾਂ ਕਿਸਾਨਾਂ 'ਚ ਕਹਿ ਰਹੇ ਕਿ ਤੁਹਾਡੀਆਂ ਜ਼ਮੀਨਾਂ ਕਬਜ਼ੇ ਕਰ ਲੈਣਗੇ, ਤੁਹਾਡੀਆਂ ਜ਼ਮੀਨਾਂ 'ਤੇ ਲੋਨ ਲੈ ਲੈਣਗੇ, ਤੁਸੀਂ ਤਾਂ ਗੁਲਾਮ ਬਣ ਜਾਓਗੇ ਇਹਨਾਂ ਦੇ। ਪਹਿਲੀ ਗੱਲ ਤਾਂ ਇਹ ਜਿਹੀ ਝੂਠੀ ਗੱਲ ਨਹੀਂ ਕਰਨੀ ਚਾਹੀਦੀ। ਏਡੇ ਵੱਡੇ ਅਹੁਦੇ 'ਤੇ ਉਹ ਵਿਰਾਜਮਾਨ ਨੇ, ਝੂਠੀ ਗੱਲ ਨਹੀਂ ਕਰਨੀ ਚਾਹੀਦੀ। ਉਹਨਾਂ ਨੂੰ ਸਹੀ ਦੱਸਣਾ ਚਾਹੀਦਾ ਵੀ ਹਾਂ ਵੀ ਜੋ ਸਹੀ ਆ ਉਹ ਉਹਨਾਂ ਨੂੰ ਜਾਣਕਾਰੀ ਦੇਣੀ ਚਾਹੀਦੀ। ਕਿਰਪਾ ਕਰਕੇ ਜਿਹੜਾ ਐਗਰੀਮੈਂਟ ਹੈ ਉਹਦੇ 'ਚ ਇੱਕ ਸ਼ਬਦ ਦੱਸ ਦੇਣ ਕਿ ਜਿਹੜਾ ਐਗਰੀਮੈਂਟ ਜ਼ਿਮੀਂਦਾਰ ਅਤੇ ਵਪਾਰੀ ਦੇ ਵਿੱਚ ਹੋਣਾ ਹੈ, ਉਹਦੇ 'ਚ ਇੱਕ ਸ਼ਬਦ ਦੱਸ ਦੇਣ ਕਿ ਇੱਥੇ ਲਿਖਿਆ ਹੋਇਆ ਕਿ ਵਪਾਰੀ ਇਹਦੇ 'ਤੇ ਲੋਨ ਲੈ ਸਕਦਾ ਜਾਂ ਇਹਨੂੰ ਗਹਿਣੇ ਵੀ ਪਾ ਸਕਦਾ। ਉਹ ਐਗਰੀਮੈਂਟ ਜਿਹੜਾ ਹੈਗਾ ਉਹ ਸਿਰਫ ਫਸਲ ਦਾ, ਇੱਕ ਫਸਲ ਤੋਂ ਲੈ ਕੇ 5 ਸਾਲ ਤੱਕ ਦਾ ਐਗਰੀਮੈਂਟ ਬੰਦਾ ਕਰ ਸਕਦਾ। ਕਹਿਣ ਦਾ ਭਾਵ 6 ਮਹੀਨੇ ਬਾਅਦ ਦੂਜੀ ਫਸਲ ਆ ਜਾਂਦੀ ਹੈ ਹਾੜੀ ਸੌਣੀ ਦੀ, ਤੁਸੀਂ ਵੱਧ ਤੋਂ ਵੱਧ ਐਗਰੀਮੈਂਟ ਜਿਹੜਾ ਇੱਕ ਵਪਾਰੀ ਦਾ ਹੋਣਾ ਜ਼ਿਮੀਂਦਾਰ ਨਾਲ ਉਹ 5 ਸਾਲ ਤੱਕ ਦਾ ਹੋਣਾ, ਅਤੇ ਘੱਟੋ ਘੱਟ ਇੱਕ ਫਸਲ ਦਾ ਵੀ ਉਹ ਕਰ ਸਕਦਾ। ਅਤੇ ਇਹਦੇ 'ਚ ਕਿਸਾਨ ਮਾਰੂ ਕਿੱਥੋਂ ਹੋ ਗਿਆ? ਤਾਂ ਜਾਂ ਇਹਦੇ 'ਚ ਐਸੀ ਚੀਜ਼ ਕਿੱਥੇ ਹੋ ਗਈ? ਮਤਲਬ ਜਿਹੜੀਆਂ ਭਰਮ ਭੁਲੇਖੇ ਪਾ ਰਹੇ ਨੇ। ਪੰਜਾਬ 'ਚ ਪਹਿਲਾਂ ਵੀ ਤਾਂ ਜ਼ਮੀਨ ਲੋਕ ਠੇਕੇ 'ਤੇ ਦਿੰਦੇ ਨੇ ਨਾ, ਉੱਥੇ ਜ਼ਮੀਨਾਂ ਦੇ ਕਬਜ਼ੇ ਹੁੰਦੇ ਨੇ ਲੋਕਾਂ ਦੇ, ਕਿਉਂਕਿ ਉਹ ਐਗਰੀਮੈਂਟ ਨਹੀਂ ਹੁੰਦਾ। ਜੇ ਅਸੀਂ ਕੋਈ ਐਗਰੀਮੈਂਟ ਬਣਾਇਆ, ਪਾਰਲੀਮੈਂਟ 'ਚ ਪਾਸ ਕੀਤਾ ਹੈ ਵੀ ਆਹੀ ਐਗਰੀਮੈਂਟ ਦੀ ਕਾਪੀ ਜਾਣੀ ਹੈ, ਇਸ ਤੋਂ ਇਲਾਵਾ ਇੱਕ ਸ਼ਬਦ ਵੀ ਵਪਾਰੀ ਆਪਣੀ ਮਰਜ਼ੀ ਨਾਲ ਐਡ ਨਹੀਂ ਕਰ ਸਕਦਾ।
उस एग्रीमेंट 'ਚ मैं ਤੁਹਾਨੂੰ ਦੱਸਣਾ ਚਾਹੁੰਦਾ ਇੱਕ ਸ਼ਬਦ ਵੀ ਉਹ ਪਾ ਨਹੀਂ ਸਕਦਾ ਤੇ ਇਸ 'ਚ ਕੀ ਗਲਤ ਕਰਦਾ ਸੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਹਿੱਤ 'ਚ ਫੈਸਲੇ ਲਏ ਹੋਏ ਨੇ ਤਾਂ ਇਹ ਜੀ 1% ਵੀ ਸਾਡੀ ਮਨਸ਼ਾ ਨਹੀਂ ਹੈ ਕਿ ਅਸੀਂ ਕਿਸਾਨ ਦਾ ਨੁਕਸਾਨ ਬਾਰੇ ਸੁਪਨੇ 'ਚ ਵੀ ਨਹੀਂ ਸੋਚ ਸਕਦੇ। ਬਿਲਕੁਲ ਬਿਲਕੁਲ। ਤੇ ਜਿਹੜਾ ਇਹ ਬਿੱਲ ਪਾਸ ਹੋਇਆ ਜਿਹੜੇ ਵੀ ਸਾਰਿਆਂ ਦੇ ਹੀ ਤਕਰੀਬਨ ਮਨਜ਼ੂਰੀ ਨਾਲ ਹੀ ਬਿੱਲ ਪਾਸ ਕੀਤਾ ਹੋਇਆ ਜੀ ਜਿਹੜੇ ਸੈਂਟਰ ਦੇ ਵਿੱਚ ਪਾਸ ਕੀਤਾ ਜੀ। ਬਿਲਕੁਲ ਆਹ ਮਨਜ਼ੂਰੀ ਨਾਲ ਕੀਤਾ ਲੋਕ ਸਭਾ 'ਚ ਪਾਸ ਹੋਇਆ ਹੈ ਫਿਰ ਰਾਜ ਸਭਾ 'ਚ ਪਾਸ ਹੋਇਆ ਹੈ। ਇਸ ਤੋਂ ਵੀ ਪਰਾਂ ਜੇ ਆਪਾਂ ਸੋਚੀਏ ਸੰਨ 2017 'ਚ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਇੱਥੇ ਬਣੀ ਹੈ ਇਹਨਾਂ ਨੇ ਵੀ ਆਪਣੇ ਚੋਣ ਮੈਨੀਫੈਸਟੋ 'ਚ ਪਾਇਆ ਸੀ। ਕਿਉਂ ਪਾਇਆ ਸੀ? ਫਿਰ 2019 'ਚ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਉਦੋਂ ਕਾਂਗਰਸ ਨੇ ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਜੀ ਨੇ ਆਪਣੇ ਮੈਨੀਫੈਸਟੋ 'ਚ ਪਾਇਆ ਵੀ ਅਸੀਂ ਆਹ ਚੀਜ਼ ਲਾਗੂ ਕਰਾਂਗੇ। ਜੇ ਅੱਜ ਅਸੀਂ ਲਾਗੂ ਕਰਤੀ ਤਾਂ ਅੱਜ ਅਸੀਂ ਬੁਰੇ ਵੱਜ ਗਏ। ਆ ਸਿਰਫ ਰਾਜਨੀਤੀ ਹੋ ਰਹੀ ਹੈ ਇੱਥੇ ਵੀ ਆ ਰਾਜਨੀਤਿਕ ਕੋਈ ਲਾਭ ਨਾ ਲੈ ਲੇ ਅਸੀਂ ਇਹਦੇ 'ਚ ਰੁਕਾਵਟ ਪਾ ਦਈਏ ਕਿਸੇ ਤਰੀਕੇ ਖਲਲ ਪਾ ਦਈਏ। ਸੋ ਇਹੀ ਜਿਹੀ ਰਾਜਨੀਤੀ ਆਪਣਾ ਨੂੰ ਪੰਜਾਬ ਨੂੰ ਥੱਲੇ ਲੈ ਕੇ ਜਾਂਦੀ ਹੈ ਹਿੰਦੁਸਤਾਨ ਨੂੰ ਥੱਲੇ ਲੈ ਕੇ ਜਾਂਦੀ ਹੈ। ਜ਼ਿੰਮੇਵਾਰ ਜਿਹੜੇ ਬੰਦੇ ਨੇ ਅਸੀਂ ਆਪੋਜੀਸ਼ਨ ਪੰਜਾਬ 'ਚ ਹੈ ਠੀਕ ਹੈ ਜੀ। ਅਸੀਂ ਇੱਥੇ ਜੇ ਕੋਈ ਚੰਗਾ ਕੰਮ ਕਰਦਾ ਅਸੀਂ ਉਹਨੂੰ ਐਪਰੀਸ਼ੀਏਟ ਕਰਨ ਲੱਗੇ ਮਿਹਨਤ ਨਹੀਂ ਲਾਉਂਦੇ ਚਾਹੇ ਉਹ ਵਿਰੋਧੀ ਹੈ ਜੇ ਚੰਗਾ ਕੰਮ ਕਰੂਗਾ ਅਸੀਂ ਉਹਨੂੰ ਐਪਰੀਸ਼ੀਏਟ ਕਰਾਂਗੇ। ਸੋ ਇਹਨਾਂ ਪੰਜਾਬ 'ਚ ਕਾਂਗਰਸ ਸਰਕਾਰ ਹੈ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ। ਹੁਣ ਹਰਿਆਣੇ ਸਾਡੀ ਸਰਕਾਰ ਹੈ ਉੱਥੇ ਕਿਸੇ ਤਰ੍ਹਾਂ ਦਾ ਕੋਈ ਇਹਦਾ ਐਜੂਕੇਸ਼ਨ ਨਹੀਂ ਹੋਈ ਕੋਈ ਧਰਨੇ ਨਹੀਂ ਹੋਏ ਕੋਈ ਰੇਲਾਂ ਨਹੀਂ ਰੁਕੀਆਂ। ਪੰਜਾਬ 'ਚ ਕੀ ਹੋ ਰਿਹਾ? ਹਰਿਆਣੇ 'ਚ ਵੀ ਤਾਂ MSP ਦਾ ਰੌਲਾ ਹੈ ਉੱਥੇ ਵੀ ਭਰਮ ਲੇਖੇ ਪਾਏ ਜਾ ਰਹੇ ਲੇਕਿਨ ਉੱਥੇ ਸਰਕਾਰ ਨੇ ਕੰਟਰੋਲ ਕੀਤਾ ਵੀ ਐਸੀ ਕੋਈ ਗੱਲ ਨਹੀਂ। ਲੋਕ ਜਦੋਂ ਸਰਕਾਰ ਸਮਝਾਵੇ ਨਾ ਲੋਕਲ ਜਿਹੜੀ ਮੌਜੂਦਾ ਸਰਕਾਰ ਹੈ ਸਟੇਟ ਦੀ ਲੋਕਾਂ ਦਾ ਅਸਰ ਹੁੰਦਾ ਆ ਭੜਕਾ ਰਹੇ ਨੇ ਝੂਠੀਆਂ ਬਿਆਨਬਾਜ਼ੀਆਂ ਕਰ ਰਹੇ ਨੇ। ਸੋ ਇਹੀ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਪੰਜਾਬ ਦਾ ਮਾਹੌਲ ਕਾਂਗਰਸ ਖਰਾਬ ਕਰ ਰਹੀ ਹੈ ਤੇ ਅਸੀਂ ਕਿਸੇ ਕੀਮਤ ਤੇ ਆਹ ਕਿਸਾਨਾਂ ਦੇ ਆੜ 'ਚ ਆਹ ਕਿਸਾਨਾਂ ਇੱਥੇ ਮਾਹੌਲ ਖਰਾਬ ਕਰਨਾ ਚਾਹੁੰਦੇ ਹਾਂ। ਅਸੀਂ ਉਹ ਕਿਸੇ ਵੀ ਕੀਮਤ ਤੇ ਹੋਣ ਨਹੀਂ ਦੇਵਾਂਗੇ। ਪੰਜਾਬ 'ਚ ਭਾਈਚਾਰਕ ਸਾਂਝ ਏਕਤਾ ਹਿੰਦੂ ਸਿੱਖ ਏਕਤਾ ਅਸੀਂ ਬਣਾ ਕੇ ਰੱਖਣਾ ਚਾਹੁੰਦੇ ਹਾਂ ਤੇ ਇਹਨੂੰ ਕਿਸੇ ਕੀਮਤ ਤੇ ਅਸੀਂ ਤੋੜਨ ਨਹੀਂ ਦੇਵਾਂਗੇ ਚਾਹੇ ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲੇ। ਤੇ ਜਿਹੜਾ ਆਪਣਾ ਕਿਸਾਨ ਸੰਗਠਨ ਧਰਨਾ ਦੇ ਰਹੇ ਨੇ ਕਿ ਆਪਣਾ ਕੋਈ ਮੰਤਰੀ ਵੀ ਇਹਨਾਂ ਨੂੰ ਮਿਲਿਆ ਹੈ ਜਾਂ ਕੋਈ ਜਾ ਕੇ ਕਿਸ ਤਰ੍ਹਾਂ ਦਾ ਇਹਨਾਂ ਨੇ? ਦੇਖੋ ਸਾਡੇ ਮੰਤਰੀ ਸੈਂਟਰ 'ਚ ਮਿਲਣਾ ਚਾਹੁੰਦੇ ਨੇ ਠੀਕ ਹੈ ਜੀ। ਸਾਡੇ ਪ੍ਰਧਾਨ ਮੰਤਰੀ ਮਿਲਣਾ ਚਾਹੁੰਦੇ ਨੇ ਲੇਕਿਨ ਉਹਦਾ ਇੱਕ ਤਰੀਕਾ ਹੈ ਵੀ ਦਿੱਲੀ 'ਚ ਜਾਣ ਆਪਣੀ ਕਮੇਟੀ ਨਾਲ ਜਾਣ। ਅਸੀਂ ਅੱਜ ਵੀ ਤੁਹਾਡੇ ਚੈਨਲ 'ਤੇ ਦੱਸਣਾ ਚਾਹੁੰਦੇ ਵੀ ਅੱਜ ਵੀ ਅਸੀਂ ਤਿਆਰ ਹਾਂ ਉੱਥੇ ਜਾਣ ਆਪਣੀ ਗੱਲ ਕਰਨ। ਅਸੀਂ ਆਪਣੇ ਜਿਹੜੇ ਖੇਤੀਬਾੜੀ ਮੰਤਰੀ ਹੈ ਨਰਿੰਦਰ ਸਿੰਘ ਤੋਮਰ ਜੀ ਉਹਨਾਂ ਨੂੰ ਵੀ ਮਿਲਾਵਾਂਗੇ। ਜੇ ਉਹਨਾਂ ਤੋਂ ਵੀ ਸੈਟਿਸਫਾਈ ਹੋਏ ਤਾਂ ਰਾਜਨਾਥ ਸਿੰਘ ਜੀ ਵੀ ਮਿਲਣ ਨੂੰ ਤਿਆਰ ਹੈ। ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੀ ਮਿਲਣ ਨੂੰ ਤਿਆਰ ਹੈ। ਚਰਚਾ ਕਰੋ ਉੱਥੇ ਬੈਠ ਕੇ ਖੁੱਲੇ ਮਨ ਨਾਲ ਚਰਚਾ ਕਰੋ ਉੱਥੇ ਰਾਜਨੀਤੀ ਨਾ ਕਰੋ। ਬਿਲਕੁਲ ਬਿਲਕੁਲ। ਉੱਥੇ ਜਿਹੜੇ ਇਸ਼ੂਜ਼ ਤੇ ਆਪਾਂ ਗੱਲ ਕਰੀਏ ਵੀ ਸਾਨੂੰ ਇਸ ਚੀਜ਼ ਦਾ ਡਰ ਹੈ। ਇਹਨਾਂ ਨੇ ਕਿਹਾ ਕਿ MSP ਖਤਮ ਹੋ ਜਾਊ। ਅਸੀਂ ਕਹਿ ਰਹੇ ਹਾਂ ਵੀ MSP ਖਤਮ ਨਹੀਂ ਕਰਾਂਗੇ ਅਸੀਂ ਪੰਜਾਬ 'ਚ ਨਾ ਹਰਿਆਣੇ 'ਚ ਇੱਥੇ ਵੈਸਟਰਨ UP 'ਚ ਚੱਲ ਰਿਹਾ ਹੈ 1% ਵੀ ਇੱਥੇ MSP ਜਾਂ ਮੰਡੀ ਸਿਸਟਮ ਅਸੀਂ ਕਿਉਂ ਬੰਦ ਕਰਾਂਗੇ। ਬਿਲਕੁਲ ਅਸੀਂ ਇੱਕ ਆਪਸ਼ਨ ਦਿੱਤੀ ਹੈ ਵਪਾਰੀ ਨੂੰ ਕਿ ਵਪਾਰੀ ਆਵੇ ਆਪਣੀ ਇੱਥੇ ਗਰਾਊਂਡ ਬਣਨ ਸਬਜ਼ੀਆਂ ਦੇ ਬਣਨ ਹੋਰ ਚੀਜ਼ਾਂ ਦੇ ਗਰਾਊਂਡ ਬਣਨ ਕੋਲਡ ਸਟੋਰੇਜ ਬਣਨ ਪ੍ਰੋਕਿਊਰਮੈਂਟ ਹੋਵੇ ਸੀਲੋਜ਼ ਬਣਨ। ਹੁਣ ਦੇਖੋ ਕਿੰਨਾ ਅਨਾਜ ਖਰਾਬ ਹੁੰਦਾ ਜਿਹੜੀਆਂ ਬੋਰੀਆਂ ਆਪਾਂ ਰੱਖਦੇ ਹਾਂ ਤੁਹਾਨੂੰ ਵੀ ਪਤਾ ਹੀ ਹੈ। ਦੇਖੋ ਸਾਰਾ ਉੱਪਰ ਜੇ ਹੁਣ ਉੱਥੇ ਮੋਗੇ ਅਡਾਨੀ ਕੰਪਨੀ ਦੇ ਸੀਲੋ ਬਣੇ ਨੇ ਇੱਕ ਦਾਣਾ ਵੀ ਖਰਾਬ ਨਹੀਂ ਹੋਣਾ ਉੱਥੇ। ਅਸੀਂ ਗਲਤ ਕਰ ਰਹੇ ਹਾਂ ਕੰਮ। ਅਸੀਂ ਅਨਾਜ ਬਚਾ ਰਹੇ ਹਾਂ। ਹੁਣ ਜਿਹੜਾ ਆਪਾਂ ਅਨਾਜ ਸਟੋਰ ਕਰ ਲੈਂਦੇ ਹਾਂ ਇੱਥੇ ਗੋਦਾਮਾਂ 'ਚ ਉਹ ਫੀਡ ਵਾਲੇ ਲੈ ਕੇ ਜਾਂਦੇ ਬਾਅਦ 'ਚ ਕਿਉਂਕਿ ਉਹ ਖਾਣ ਜੋਗਾ ਨਹੀਂ ਰਹਿੰਦਾ ਕੀੜੇ ਪੈ ਜਾਂਦੇ ਉਹਦੇ 'ਚ ਕਿਉਂਕਿ ਸਾਂਭ ਸੰਭਾਲ ਨਹੀਂ ਹੈਗੀ ਆਖਿਰਕਾਰ ਸਲਾਬ ਹੋ ਜਾਂਦੀ ਖਰਾਬ ਹੋ ਜਾਂਦੇ। ਜਿਹੜੇ ਸੀਲੋ ਪਲਾਂਟ ਲੱਗ ਰਹੇ ਨੇ ਪੰਜਾਬ 'ਚ ਸਾਨੂੰ ਤਾਂ ਵੈਲਕਮ ਕਰਨਾ ਚਾਹੀਦਾ ਉਹਦਾ ਕਿ ਸਾਡੀ ਜਿਹੜੀ ਉਪਜ ਹੈ ਕਿਸਾਨ ਦੀ ਉਪਜ ਹੈ ਪੈਸਾ ਲੱਗਿਆ ਉਹਦੇ 'ਤੇ ਉਹਦੀ ਮਿਹਨਤ ਹੈ ਖੂਨ ਪਸੀਨੇ ਨਾਲ ਸਿੱਚਿਆ ਹੋਇਆ ਕੰਮ ਹੈ ਵੀ ਉਹ ਬਚਾ ਕੇ ਅਸੀਂ ਰੱਖੀਏ। ਉਹਦੇ ਨਾਲ ਕੀ ਹੈ ਕਿ ਇੱਕ ਦਾਣਾ ਵੀ ਖਰਾਬ ਨਹੀਂ ਹੋਊਗਾ ਉਹਦੇ ਨਾਲ। ਦੱਸੋ ਇਹਦੇ 'ਚ ਕੀ ਗਲਤ ਹੈ? ਪਰ ਕਿਸਾਨ ਜਥੇਬੰਦੀਆਂ ਤਾਂ ਆਰੋਪ ਲਗਾ ਰਹੇ ਨੇ ਕਿ ਇਹ ਆਪਣਾ ਜਿਹੜਾ ਅੰਬਾਨੀ ਤੇ ਅਡਵਾਨੀ ਨੂੰ ਆਪਣਾ ਫਾਇਦੇ ਪਹੁੰਚਾਉਣ ਲਈ ਸਰਕਾਰ ਨੇ ਇਹ ਬਿੱਲ ਪਾਸ ਕੀਤੇ। ਦੇਖੋ ਜੀ ਆਹ ਦੋ ਤਿੰਨ ਗੱਲਾਂ ਪ੍ਰਚਲਿਤ ਹੋ ਗਈਆਂ ਕਿਸੇ ਨੂੰ ਕੋਈ ਸਮਝ ਸਹੀ ਤਾਂ ਸਮਝਾ ਨਹੀਂ ਰਹੇ ਥੱਲੇ। ਦੋ ਤਿੰਨ ਨਾਮ ਤਾਂ ਰੱਟ ਲਏ ਇਹਨਾਂ ਨੇ ਅੰਬਾਨੀ ਕੋਈ ਅਡਵਾਨੀ ਕਹਿ ਦਿੰਦਾ ਕੋਈ ਅਡਾਨੀ ਲੇਕਿਨ ਦੋ ਆਹ ਨਾਮ ਰੱਟ ਲਏ ਅੰਬਾਨੀ ਤੇ ਅਡਾਨੀ ਗਰੁੱਪ ਆ ਜਾਣਗੇ। ਤੀਜਾ ਕਾਂਗਰਸ ਨੇ ਆਮ ਆਦਮੀ ਪਾਰਟੀ ਨੇ ਇੱਥੇ ਚਲਾਤਾ ਜੀ ਕਾਲਾ ਕਾਨੂੰਨ ਹੈ
ਬਿਲਕੁਲ ਜੀ ਬਿਲਕੁਲ। ਕਾਲਾ ਕਾਨੂੰਨ ਤੁਸੀਂ ਦੇਖ ਤਾਂ ਲਓ ਪਹਿਲਾਂ, ਕਾਲਾ ਕਾਨੂੰਨ ਹੈ, ਚਿੱਟਾ ਕਾਨੂੰਨ ਹੈ, ਤੁਸੀਂ ਪਹਿਲਾਂ ਪੜ੍ਹ ਤਾਂ ਲਓ ਉਹਨੂੰ, ਲੋਕਾਂ ਨੂੰ ਸਮਝਾ ਤਾਂ ਲਓ ਪਹਿਲਾਂ। ਤੁਸੀਂ ਇਕੱਲਾ ਕਹਿ ਦੇਣਾ ਵੀ ਆ ਕਾਨੂੰਨ ਕਾਲਾ ਹੈ, ਕੀ ਨੌਨਸੈਂਸ ਆ। ਦੇਖੋ ਡੈਮੋਕ੍ਰੇਸੀ ਹੈ, ਤੁਸੀਂ ਆਪਣੀ ਗੱਲ ਰੱਖੋ, ਤਰੀਕੇ ਨਾਲ ਰੱਖੋ, ਲੌਜਿਕ ਦੀ ਮੁੱਦਿਆਂ ਦੀ ਲੜਾਈ ਲੜੋ ਸਾਡੇ ਨਾਲ ਝੂਠ ਫਰੇਬ ਦੀ ਲੜਾਈ ਨਾ ਲੜੋ। ਮੈਂ ਕਾਂਗਰਸੀਆਂ ਨੂੰ ਕਹਿਣਾ ਚਾਹੁੰਦਾ, ਤੁਹਾਡੇ ਚੈਨਲ ਤੇ ਆਮ ਆਦਮੀ ਪਾਰਟੀ ਨੂੰ ਕਹਿਣਾ ਔਰ ਚੇਤਾਵਨੀ ਦਿੰਦਾ ਕਿ ਇਹ ਪੰਜਾਬ ਦਾ ਮਾਹੌਲ ਖਰਾਬ ਹੈ, ਤੁਹਾਡੇ ਕਰਕੇ ਹੋਣਾ ਪੰਜਾਬ ਦਾ ਮਾਹੌਲ। ਜਿਹੜੇ ਤੁਸੀਂ ਪੰਜਾਬ ਦੇ ਠੇਕੇਦਾਰ ਬਣੇ ਫਿਰਦੇ ਹੋ ਨਾ, ਆ ਤੁਹਾਡੇ ਕਰਕੇ ਮਾਹੌਲ ਖਰਾਬ ਹੋਣਾ। ਜਿਹੜੇ ਤੁਹਾਡੇ ਕੋਲ ਬਾਹਰੋਂ ਫੰਡਿੰਗ ਆਉਂਦੀ ਹੈ, ਵਿਸ਼ਾ ਨਹੀਂ ਹੈ, ਲੇਕਿਨ ਮੈਂ ਗੱਲ ਕਰਦਾ ਜਿਹੜੀ ਆਮ ਆਦਮੀ ਕੋਲ ਫੰਡਿੰਗ ਆਉਂਦੀ ਹੈ ਬਾਹਰੋਂ, ਵਿਦੇਸ਼ਾਂ ਤੋਂ ਇੰਨਾ ਪੈਸਾ ਆਉਂਦਾ, ਕਿਉਂ ਆਉਂਦਾ ਉਹ ਪੈਸਾ? ਇਹਦਾ ਜਵਾਬ ਕੌਣ ਦੇਊਗਾ? ਕਿਹੜੀਆਂ ਜਥੇਬੰਦੀਆਂ ਭੇਜਦੀਆਂ ਪੈਸਾ ਤੁਹਾਨੂੰ ਇੱਥੇ? ਸੋ ਸਾਰੀਆਂ ਚੀਜ਼ਾਂ ਨੇ, ਪੰਜਾਬ ਦੇ ਲੋਕ ਜਾਣਦੇ। ਮੈਂ ਉੱਧਰ ਜਾਣਾ ਨਹੀਂ ਚਾਹੁੰਦਾ, ਲੇਕਿਨ ਜਦੋਂ ਮਨ 'ਚ ਗੁੱਸਾ ਆਉਂਦਾ ਫਿਰ ਗੱਲ ਕੀਤੀ ਜਾਂਦੀ ਹੈ। ਅਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ, ਪੰਜਾਬ ਜਿੱਥੇ ਉਹੀ 84 ਵਾਲਾ ਹਾਲ ਪੁਰਾਣਾ ਇੱਥੇ ਪੰਜਾਬ 'ਚ ਲੈ ਕੇ ਆਉਣਾ ਚਾਹੁੰਦੇ ਹਾਂ। ਅਸੀਂ ਉਹ ਕਿਸੇ ਕੀਮਤ ਤੇ ਆਉਣ ਨਹੀਂ ਦੇਣਾ, ਚਾਹੇ ਜੋ ਮਰਜ਼ੀ ਕੁਰਬਾਨੀ ਦੇਣੀ ਪਵੇ ਸਾਨੂੰ ਭਾਰਤੀ ਜਨਤਾ ਪਾਰਟੀ। ਇੱਕ ਚੀਜ਼ ਹੋਰ ਮੈਂ ਦੱਸਣਾ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਦਾ ਨਿਸ਼ਾਨਾ ਸਿਰਫ ਸੱਤਾ 'ਚ ਆ ਕੇ ਸਰਕਾਰ ਬਣਾਉਣਾ ਨਹੀਂ ਹੈ। ਭਾਰਤੀ ਜਨਤਾ ਪਾਰਟੀ ਦੀ ਸੋਚ ਹੈ ਕਿ ਪਹਿਲਾਂ ਦੇਸ਼ ਹੈ, ਫਿਰ ਪਾਰਟੀ ਹੈ, ਫਿਰ ਸਾਡੇ ਕਾਰਜਕਰਤਾ ਅਸੀਂ ਹੈ। ਆ ਦੂਜੀ ਪਾਰਟੀਆਂ ਕੀ ਹੈ, ਕੋਟ ਲੱਗੀ ਪਈ ਹੈ। ਪਹਿਲਾਂ ਆਪਣੇ ਬਾਰੇ ਸੋਚਦੇ ਆ ਉਹ ਵੀ ਅਸੀਂ ਮੁੱਖ ਮੰਤਰੀ ਬਣ ਜਾਈਏ, ਅਸੀਂ ਮੰਤਰੀ ਬਣ ਜਾਈਏ, ਫਿਰ ਪਾਰਟੀ ਬਾਰੇ ਸੋਚਦੇ ਆ, ਅਖੀਰ 'ਚ ਦੇਸ਼ ਬਾਰੇ ਸੋਚਦੇ ਆ। ਪੁੱਠੀ ਗੰਗਾ ਚੱਲਦੀ ਹੈ ਇੱਥੇ। ਤੇ ਅਸੀਂ ਤਕਰੀਬਨ ਪਰਸੋਂ ਅਸੀਂ ਕਿਸਾਨ ਜਥੇਬੰਦੀਆਂ ਨੂੰ ਮਿਲੇ ਸੀ ਸਮਾਣੇ, ਤੇ ਉਹਨਾਂ ਦਾ ਕਹਿਣਾ ਸੀ ਕਿ ਆਪਣਾ ਜਿਹੜਾ ਅੱਜ ਕੱਲ੍ਹ ਟਰੱਕ ਫੜੇ ਜਾ ਰਹੇ ਨੇ ਪੰਜਾਬ ਦੇ ਵਿੱਚ ਗੇਹੂੰ ਦੇ ਤੇ ਝੋਨੇ ਦੇ, ਤੇ ਇਹਦੇ ਬਾਰੇ ਕਹਿੰਦੇ ਵੀ ਜਿਹੜੀ ਸਰਕਾਰ ਨੇ ਕੀਤਾ ਇਹ ਤਕਰੀਬਨ ਯੂਪੀ ਜਾਂ ਦੂਜੀ अन्य ਸ਼ਹਿਰਾਂ ਦੇ ਵਿੱਚ 1000 ਰੁਪਏ ਵਿਕ ਰਹੀ ਹੈ ਕਣਕ, ਤੇ ਉਰੇ ਆ ਕੇ ਜਿਹੜਾ ਆਪਣਾ ਭਾਅ ਹੈ ਤਕਰੀਬਨ 1890 ਜਾਂ ਜੋ ਵੀ ਰੇਟ ਹੈਗਾ ਇਹਨਾਂ ਦਾ। ਤੇ ਇਸ ਬਾਰੇ ਤੁਹਾਡਾ ਕੀ ਕਹਿਣਾ ਜੀ? ਜਿਹੜਾ ਹਾਲਾਤ ਪੈਦਾ ਹੋਏ ਨੇ ਪੰਜਾਬ ਦੇ, ਹਿੰਦੁਸਤਾਨ ਦੇ ਜ਼ਿਮੀਂਦਾਰਾਂ ਦੇ ਪ੍ਰਤੀ, ਕਣਕ ਝੋਨੇ ਦੇ ਪ੍ਰਤੀ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਇੱਥੇ ਟਰੱਕ ਫੜੇ ਜਾ ਰਹੇ ਨੇ, ਇਹਦੀ ਜ਼ਿੰਮੇਵਾਰ ਵੀ ਕਾਂਗਰਸ ਦੀ ਸਰਕਾਰ ਹੈ। ਕੋਈ ਸੋਚਦਾ ਨਹੀਂ ਹੈ। ਹਿੰਦੁਸਤਾਨ 'ਚ ਅਨਾਜ ਸਿਰਫ 6% ਸਰਕਾਰੀ ਖਰੀਦ ਹੁੰਦੀ ਹੈ, 94% ਅਨਾਜ ਜਿਹੜਾ ਹੈਗਾ ਉਹ ਮੰਡੀਆਂ 'ਚ ਵਿਕਦਾ ਜਾ ਕੇ। ਹੁਣ ਜਿਹੜੀਆਂ ਜਿੱਥੋਂ ਵੀ ਝੋਨੇ ਦੀ ਗੱਲ ਕਰਦੇ ਹਾਂ ਆਪਾਂ, ਜਾਂ ਝੋਨੇ ਜਿੱਥੋਂ ਵੀ ਆ ਰਿਹਾ, ਮੈਨੂੰ ਨਹੀਂ ਪਤਾ ਕਿਹੜੀ ਸਟੇਟਾਂ 'ਚੋਂ ਆ ਰਿਹਾ, ਲੇਕਿਨ ਉੱਥੇ ਜਿਹੜੇ ਮੰਡੀ 'ਚ ਆੜ੍ਹਤੀ ਬੈਠੇ ਨੇ, 100 ਨੇ, 500 ਨੇ, ਚਾਹੇ 200 ਨੇ, ਉਹ ਪੂਲ ਕਰ ਲੈਂਦੇ ਨੇ ਵੀ ਅਸੀਂ ਜਾਂ ਇਸ ਰੇਟ ਤੇ ਝੋਨਾ ਖਰੀਦਾਂਗੇ, ਇਸ ਤੋਂ ਵੱਧ ਖਰੀਦਾਂਗੇ ਨਹੀਂ। ਤਾਂ ਜੇ ਉਹਨਾਂ ਤੋਂ ਇਲਾਵਾ ਇੱਧਰਲੇ ਪਾਸੇ ਵਪਾਰੀ ਖੜਾ ਹੋਊਗਾ ਜਿਹਨੂੰ ਆਉਣ ਨਹੀਂ ਦੇ ਰਹੇ, ਆ ਬਿੱਲਾਂ 'ਚ ਅਸੀਂ ਲੈ ਕੇ ਆਏ ਹਾਂ ਵੀ ਓਪਨ ਮਾਰਕੀਟ ਕਰ ਦਈਏ, ਜੇ ਵਪਾਰੀ ਖੜਾ ਹੋਊਗਾ ਜਾਂ ਕਹਿੰਦੇ 1000 ਰੁਪਏ ਲੱਗੂ, ਮੈਂ 1500 ਨੂੰ ਖਰੀਦਣਾ, ਤਾਂ ਕਿਸਾਨ ਦਾ ਫਾਇਦਾ ਹੋਊਗਾ, ਨੁਕਸਾਨ ਹੋਊਗਾ? ਨੈਚੁਰਲੀ ਫਾਇਦਾ ਹੋਊਗਾ। ਜਦੋਂ ਕਿਸਾਨ ਦਾ ਫਾਇਦਾ ਹੋਊਗਾ ਤਾਂ ਉਹ ਇੱਥੇ ਵੇਚਣ ਕਿਉਂ ਆਊਗਾ? ਉਹ ਕਿਸਾਨ ਨਹੀਂ ਲੈ ਕੇ ਆ ਰਿਹਾ ਇੱਥੇ ਵੇਚਣ ਲਈ ਪੰਜਾਬ 'ਚ, ਉਹ ਵਪਾਰੀ ਲੈ ਕੇ ਆ ਰਹੇ ਨੇ। ਜਿਹੜਾ ਕਿਸਾਨਾਂ ਦਾ ਸ਼ੋਸ਼ਣ ਹੋ ਰਿਹਾ ਹੈ ਹਿੰਦੁਸਤਾਨ 'ਚ, ਉਹ ਕਾਂਗਰਸ ਕਰਾ ਰਹੀ ਹੈ। ਇਹਨਾਂ ਦੀ ਜਿਹੜੀ ਇਹਨਾਂ ਦੀ ਵਿਚਾਰਧਾਰਾ ਸੀ, ਜਿਹੜੀ ਇਹਨਾਂ ਦੀ ਸੋਚ ਸੀ ਵੀ ਕਿਵੇਂ ਕਿਸੇ ਨੂੰ ਨਿਚੋੜਨਾ ਹੈ, ਉਹਦਾ ਨਤੀਜਾ ਇਸ ਉਲਟਾ ਠੀਕ ਕਰ ਰਹੇ ਹਨ। ਤੁਸੀਂ ਸੋਚ ਕੇ ਦੇਖੋ ਕਿ 100 ਲੈਟਸ ਸੇ ਕਿ 100 ਮੰਡੀ 'ਚ ਆੜ੍ਹਤੀਆ ਬੈਠਾ, ਉਹ 100 ਦੇ 100 ਦੇ ਇਕੱਠੇ ਡਲ ਕੇ ਪੂਲ ਕਰ ਲਿਆ। ਜੇ ਓਪਨ ਮਾਰਕੀਟ ਹੋਊਗੀ, ਮੈਂ ਵੀ ਖਰੀਦ ਸਕਦਾ ਉੱਥੇ ਜਾ ਕੇ, ਤੁਸੀਂ ਵੀ ਖਰੀਦ ਸਕਦੇ ਹੋ ਜਾ ਕੇ, ਤੁਸੀਂ ਸਿਰਫ ਆਪਣਾ ਪੈਨ ਕਾਰਡ ਦੇਣਾ, ਤੁਸੀਂ ਵੀ ਖਰੀਦ ਸਕਦੇ ਹੋ। ਤੁਹਾਨੂੰ ਉੱਥੋਂ ਖਰੀਦੋ, ਪਟਿਆਲੇ ਲਿਆਓ, ਤੁਹਾਨੂੰ ਕੋਈ ਮਨਾਹੀ ਨਹੀਂ ਹੈ। ਕੀ ਇਸ 'ਚ ਮਾੜੀ ਗੱਲ ਹੈ? ਕੀ ਇਸ 'ਚ ਗੁਨਾਹ ਕਰਤਾ ਸੀ? ਤੁਸੀਂ ਉੱਥੇ ਵਪਾਰੀ ਆਪਣਾ ਜ਼ਿਮੀਂਦਾਰ ਕਹਿੰਦਾ ਜੀ ਮੈਂ 1500 ਨੂੰ ਵੇਚੂੰਗਾ, ਤੁਸੀਂ ਕਹੋਗੇ ਠੀਕ ਹੈ ਜੀ, ਮੈਂ ਆਪ ਚੱਕੂ ਪੈਸੇ, ਤੁਹਾਨੂੰ ਮੈਂ 1450 ਦਿੰਦਾ, ਉਹ 1000 ਦਿੰਦਾ, ਤੁਸੀਂ 1450 ਚੱਕੋਗੇ। ਜਿਹੜਾ ਪੈਸਾ ਉਹਨਾਂ ਕੋਲ ਜਾਣਾ ਸੀ, ਉਹ ਪੈਸਾ ਸਿੱਧਾ ਕਿਸਾਨ ਦੀ ਜੇਬ 'ਚ ਗਿਆ। ਫਿਰ ਇਸ ਕੀ ਪਾਪ ਕਰਤਾ ਜੀ ਅਸੀਂ? ਉਹ ਸਾਰੇ ਭਰਮ ਭੁਲੇਖੇ ਪਾਏ ਜਾ ਰਹੇ ਨੇ। ਅਸੀਂ ਇੱਕ ਸਿਸਟਮ ਬਣਾ ਰਹੇ ਹਾਂ ਜਿਹਦੇ ਨਾਲ ਪੰਜਾਬ ਦਾ, ਹਿੰਦੁਸਤਾਨ ਦਾ ਕਿਸਾਨ ਖੁਸ਼ਹਾਲ ਹੋਊਗਾ। ਮੋਦੀ ਜੀ ਨੇ ਕਿਹਾ ਸੀ 2022 'ਚ ਮੈਂ ਇਹਨਾਂ ਦੀ ਆਮਦਨ ਦੁੱਗਣੀ ਕਰੂੰਗਾ ਕਿਸਾਨਾਂ ਦੀ, ਤਾਂ ਅਸੀਂ ਉਹ ਕਰਕੇ ਦੇਵਾਂਗੇ, ਸਾਨੂੰ ਚਾਹੇ ਵੋਟਾਂ ਪੈਣ ਚਾਹੇ ਨਾ ਪੈਣ। ਅਸੀਂ ਸਾਡੀ ਪਾਰਟੀ ਰਾਜਨੀਤਿਕ ਪਾਰਟੀ ਜ਼ਰੂਰ ਹੈ,
ਲੇਕਿਨ ਸਾਡੀ ਵਿਚਾਰਧਾਰਾ ਹੈਗੀ ਵੀ ਸੇਵਾ ਕਰਨੀ, ਜੋ ਸਹੀ ਅਸੀਂ ਉਹ ਕਰਾਂਗੇ, ਸਰਕਾਰ ਬਣੇ ਚਾਹੇ ਨਾ ਬਣੇ, ਸਾਨੂੰ ਇਸ ਦੀ ਕੋਈ ਚਿੰਤਾ ਨਹੀਂ ਹੈ। ਸਾਨੂੰ ਜਿਸ ਟਾਈਮ ਅਸੀਂ ਗੱਲਬਾਤ ਕੀਤੀ ਕਿਸਾਨ ਜਥੇਬੰਦੀਆਂ, ਸਾਨੂੰ ਕ੍ਰਾਂਤੀਕਾਰੀ ਸੰਗਠਨਾਂ ਨੇ ਦੱਸਿਆ ਤਾਂ ਕਹਿੰਦੇ ਕਿ ਉਹ ਜਿਹੜੀ 1000 ਰੁਪਏ, ਇਹ ਤੁਹਾਡਾ ਕਹਿਣਾ ਹੈ ਵੀ ਉੱਥੇ 1000 ਰੁਪਏ ਵਿਕ ਰਹੀ ਹੈ ਪਰ ਉਰੇ ਜਿਹੜਾ 1900 ਰੁਪਏ ਦਾ ਰੇਟ ਹੈ, ਤਾਂ ਅਸੀਂ ਕਿਵੇਂ ਜਾ ਕੇ ਬਾਹਰਲੇ ਸਟੇਟਾਂ ਦੇ ਵਿੱਚ ਵੇਚ ਸਕਦੇ ਹਾਂ, ਕਿਉਂਕਿ ਸਾਡਾ ਸਾਰਾ ਖਰਚਾ ਹੈਗਾ ਉੱਥੇ ਪੈਣਾ ਜਾ ਕੇ ਜੀ। ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਸਮਾਨ ਜਿਹੜਾ ਹੈਗਾ, ਜਿਹੜਾ ਅਸੀਂ ਆਹੀ ਤਾਂ ਆਪਸ਼ਨ ਦੇ ਰਹੇ ਹਾਂ ਵਪਾਰੀਆਂ ਨੂੰ, ਓਪਨ ਮਾਰਕੀਟ ਕਦ ਲਈ ਕੀਤੀ ਹੈ। ਪ੍ਰੋਕਿਉਰਮੈਂਟ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਅਸੀਂ ਕਿਉਂ ਤੋੜਿਆ, ਉਹਦੇ 'ਚ ਕੀ ਸੀਗਾ ਕਿ ਓਪਨ ਕਰਦਾ ਵੀ ਜਿੰਨੀ ਮਰਜ਼ੀ ਕੋਈ ਪ੍ਰੋਕਿਉਰਮੈਂਟ ਕਰੇ, ਕੋਈ ਉਹਦੇ 'ਚ ਉਹਨੂੰ ਪ੍ਰੋਬਲਮ ਨਹੀਂ ਹੈਗੀ, ਤਾਂ ਉੱਥੋਂ ਦੇ ਵਪਾਰੀ ਉੱਥੇ ਖਰੀਦਣਗੇ ਜਿਹਨੂੰ ਉੱਥੇ ਕਿਸੇ ਨੇ ਐਕਸਪੋਰਟ ਕਰਨਾ ਹੈ। ਮੰਨ ਲਓ ਚੌਲ ਆਪਣਾ ਰਸ਼ੀਆ 'ਚ ਐਕਸਪੋਰਟ ਹੋਣਾ ਹੈ, ਕਜ਼ਾਕਿਸਤਾਨ ਹੋਣਾ ਹੈ, ਤਜ਼ਾਕਿਸਤਾਨ ਹੋਣਾ ਹੈ, ਮਲੇਸ਼ੀਆ 'ਚ ਹੋਣਾ ਹੈ, ਤੁਹਾਨੂੰ ਪਤਾ ਸਾਰਾ ਇੱਥੇ ਜਾਂਦਾ। ਉਹ ਜਿੱਧਰੋਂ ਨੇੜੇ ਪਊਗਾ ਅਗਲਾ ਉੱਧਰੋਂ ਐਕਸਪੋਰਟ ਕਰ ਦੂ, ਵਪਾਰੀ ਦਾ ਖਰਚਾ ਬਚੂਗਾ, ਉਧਰ ਹੀ ਸ਼ੈਲਰ ਲੱਗ ਜਾਣਗੇ, ਉੱਥੇ ਹੀ ਪੈਕ ਹੋਊਗਾ, ਉਧਰ ਦੀ ਉਧਰ ਚਲਾ ਜਾਊਗਾ। ਜਿਵੇਂ ਆਪਣਾ GST ਸਿਸਟਮ ਕੀਤਾ ਸਾਰਾ ਹੀ ਇਵੇਂ ਹੀ ਤਕਰੀਬਨ ਸਿਸਟਮ ਕਰਦਾ। ਹਾਂ ਦੇਖੋ, ਜਿਹੜੀ ਚੀਜ਼ ਦੀ ਲਾਗਤ ਉਧਰ ਹੋਣੀ ਹੈ, ਉਧਰ ਦਾ ਜ਼ਿਮੀਦਾਰ ਵਪਾਰੀ ਉਧਰ ਖਰੀਦੂਗਾ, ਉਧਰ ਹੀ ਵੇਚ ਕੇ ਉਧਰ ਕੰਮ ਨਿਬੜ ਜੂਗਾ। ਨਾਲੇ ਆ ਕਿਹੜਾ ਸਾਲਾ ਬੱਦੀ ਕੰਮ ਹੋਣਾ, 6 ਮਹੀਨੇ ਬਾਅਦ ਫਿਰ ਫਸਲ ਆ ਜਾਣੀ ਹੈ। ਤਾਂ ਬੰਦਾ ਜਿਹੜਾ ਵਪਾਰੀ ਸਟੋਰ ਕਰੂਗਾ ਥੋੜੇ ਟਾਈਮ ਲਈ ਕਰੂਗਾ, 15-20 दिन ਉਹਨੇ ਅੱਗੇ ਕਰਕੇ ਵੇਚ ਦੇਣੀ, ਜਿੱਥੇ ਸ਼ਾਰਟੇਜ ਹੋਊਗੀ ਉੱਥੇ ਸਮਾਨ चला जाया करूँगा। प्रत्येक राज्यों में गेहूं, सब्जियां, दालों के रेट अलग अलग हैं और इससे कि किसानों को नुकसान नहीं होगा। फसल है, प्याजा की फसल है या टमाटर की फसल है या फुल गोभी है, फ्रूट्स है, वेजिटेबल्स हैं, किसी एरिया च मीह पै जाता है, बरसात आ गई, हड़ आ गया, नेचुरली फसल खराब है, उत्थे महंगा हो जाएगा। थोड़े सवाल बड़ा चंगा किया सी यार, वैसे सवाल किया ਹੁਣ ਇੱਕ ਸਟੇਟ ਨੇ ਵੀ ਜੀ ਆਪਣੀ ਸ਼ਾਇਦ ਕੇਰਲ ਦੀ ਸਟੇਟ ਹੈ, ਉਹਨੇ ਤਕਰੀਬਨ ਸਭ ਦੇ ਰੇਟ ਤੈਅ ਕਰਤੇ ਜੀ ਸਭ। मैं दस दूँ ये पता की है, वो रेट तय करना पता नहीं उन्होंने की सोच के किया, उसके बारे नहीं पता मैनू। ठीक है जी। लेकिन ये ਜਿਹੜਾ मान लो ਆਪਾਂ ਗੱਲ ਕਰ ਲੈਂਦੇ ਮਹਾਰਾਸ਼ਟਰ ਦੀ। बिल्कुल जी बिल्कुल। ਮਹਾਰਾਸ਼ਟਰ 'ਚ ਬਰਸਾਤ ਬਹੁਤ ਹੁੰਦੀ ਹੈ। बिल्कुल। मान लो ਉੱਥੇ ਪਿਆਜ਼ ਖਰਾਬ ਹੋ ਗਿਆ ਜਾਂ ਹੋਰ ਸਬਜ਼ੀਆਂ ਖਰਾਬ ਹੋ ਗਈਆਂ, ਉਹਦੇ ਨਾਲ ਨੇੜੇ ਦੀ ਸਟੇਟ ਪੈ ਗਈ ਗੁਜਰਾਤ। बिल्कुल। ਗੁਜਰਾਤ ਪੈ ਗਈ, ਉਹ ਨੇੜੇ ਪੈ ਗਈ ਟਰਾਂਸਪੋਰਟੇਸ਼ਨ। ਬਿਲਕੁਲ। ਜੇ ਸਾਡੀ ਵਾਲੀ ਸਕੀਮ ਹੋਊਗੀ, ਆਹ ਜਿਹੜਾ ਮੋਦੀ ਜੀ ਨੇ ਬਿੱਲ ਲਿਆਂਦੇ ਨੇ, ਉੱਥੋਂ ਦਾ ਵਪਾਰੀ ਜਿਹੜਾ ਹੈਗਾ ਗੁਜਰਾਤ ਦਾ, ਮਤਲਬ ਮਹਾਰਾਸ਼ਟਰ 'ਚ ਉਸ ਚੀਜ਼ ਦੀ ਸ਼ਾਰਟੇਜ ਹੋ ਗਈ, ਚੀਜ਼ ਮਹਿੰਗੀ ਹੋ ਗਈ, ਮੰਨ ਲਓ ਪਿਆਜ਼ ਮਹਿੰਗਾ ਹੋ ਗਿਆ, ਉੱਥੇ ਸਟਾਕ 'ਚ ਪਿਆ, ਕੋਲਡ ਸਟੋਰੇਜ ਪਿਆ, ਭਰੇ ਪਏ ਨੇ ਗੋਦਾਮ, ਨੈਚੁਰਲੀ ਉਹ ਕਹੂਗਾ ਜੀ ਮੈਂ ਇੱਥੇ ਸਪਲਾਈ ਕਰਨਾ, ਨੈਚੁਰਲੀ ਉੱਥੇ ਰੇਟ ਵੀ ਘਟੂਗਾ, ਲੋਕਾਂ ਨੂੰ ਚੀਜ਼ ਵੀ ਮਿਲੂਗੀ ਤੇ ਲੋਕਾਂ ਦਾ ਸ਼ੋਸ਼ਣ ਵੀ ਨਹੀਂ ਹੋਊਗਾ। ਸੋ ਪ੍ਰੋਕਿਉਰਮੈਂਟ ਕਰਨਾ, ਜਿਹੜੀ ਪ੍ਰੋਬਲਮ ਕੀ ਹੁੰਦੀ ਹੈ ਭਾਈ ਸਾਹਿਬ, ਜਿਹੜੀ ਜਦੋਂ ਕੋਈ ਫਸਲ ਆਪਣੇ ਕੋਲ ਸਾਂਭਣ ਲਈ ਥਾਂ ਨਹੀਂ ਹੈਗੀ, ਉਹਦੀ ਸ਼ਾਰਟੇਜ ਹੋਗੀ। बिल्कुल। ਫਸਲ ਆਪਣੀ ਤਿਆਰ ਸੀ, ਟਮਾਟਰਾਂ ਦੀ ਫਸਲ ਤਿਆਰ ਸੀ, ਉਹ ਬਾਰਿਸ਼ ਕਰਕੇ ਖਰਾਬ ਹੋ ਗਈ, ਆਪਣੇ ਕੋਲ ਹੈ ਨਹੀਂ ਸਟੋਰੇਜ ਰੱਖੀ ਹੋਈ ਗੋਦਾਮਾਂ 'ਚ, ਤੇ ਨੈਚੁਰਲੀ ਰੇਟ 100 ਰੁਪਏ ਕਿਲੋ ਜਾਣਾ। ਅਸੀਂ ਕਹਿੰਦੇ ਹਾਂ ਅਸੀਂ ਸਟੋਰੇਜ ਵੀ ਬਣਾਵਾਂਗੇ। ਮੋਦੀ ਜੀ ਨੇ 1 ਲੱਖ ਕਰੋੜ ਰੁਪਇਆ FPO ਲਈ ਰੱਖਿਆ, ਅੱਜ ਤੱਕ ਕਿਸੇ ਵੀ ਸਰਕਾਰ ਨੇ ਸੋਚਿਆ ਹੀ ਨਹੀਂ। 1 ਲੱਖ ਕਰੋੜ ਰੁਪਇਆ ਰੱਖਿਆ, ਜਿੰਨੇ ਗੋਦਾਮ, ਜਿੰਨੇ FPOs ਬਣਨੇ ਨੇ, ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਸ ਦਾ ਵਾਸਤੇ ਵੀ ਕੋਈ ਗੋਦਾਮ ਬਣਾਉਣਾ ਚਾਹੁੰਦਾ, 2-3 ਕਰੋੜ ਰੁਪਏ ਤੱਕ ਦਾ ਲੋਨ ਮਿਲਦਾ ਉਹਨਾਂ ਨੂੰ। ਉਹ ਲੋਨ ਵੀ ਮਿਲਣਾ ਹੈ ਵਿਦਆਊਟ ਗਰੰਟੀ। ਦੱਸੋ ਕਿੰਨਾ ਮੋਦੀ ਜੀ ਦਾ ਵਿਜ਼ਨ ਵੱਡਾ ਹੈਗਾ ਕਿ ਅਸੀਂ ਬਿਨਾਂ ਗਰੰਟੀ ਤੋਂ ਲੋਨ ਵੀ ਦੇਵਾਂਗੇ, ਤੁਸੀਂ ਗੋਦਾਮ ਬਣਾਓ, ਸਬਜ਼ੀ ਦਾਲਾਂ ਸਬਜ਼ੀਆਂ ਪ੍ਰੋਕਿਉਰ ਕਰੋ, ਅਸੀਂ ਉੱਥੇ ਬੀਜੋ, ਅਸੀਂ ਉੱਥੇ ਰੱਖਾਂਗੇ, ਨਾਲੇ ਫਾਰਮਰ ਬਿਜ਼ੀ ਹੋਵੇ, ਨਾਲੇ ਰੁਜ਼ਗਾਰ ਦੇ ਸਾਧਨ ਪੈਦਾ ਹੋਣਗੇ। ਕਿੱਥੇ ਗਲਤ ਆ ਚੀਜ਼। ਤੇ ਜਿਹੜਾ ਪੰਜਾਬ ਸਰਕਾਰ ਵੱਲੋਂ ਬਿੱਲ ਪਾਸ ਕੀਤਾ ਗਿਆ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਦੇਖੋ, ਪੰਜਾਬ ਸਰਕਾਰ ਬਾਰੇ ਤਾਂ ਮੈਂ ਕੀ ਕਹਾਂ, ਇਹਨਾਂ ਬਾਰੇ 4 ਸਾਲ ਇਹਨਾਂ ਦੇ ਨਿਕਲ ਗਏ। ਕੈਪਟਨ ਸਾਹਿਬ ਦੀ ਸਰਕਾਰ ਨੇ ਪਾਣੀਆਂ ਦਾ ਬਿੱਲ ਪਾਸ ਕੀਤਾ ਸੀ, ਉਹ ਵੀ ਸੁਪਰੀਮ ਕੋਰਟ ਸਾਈਨ ਤੁਰਿਆ ਫਿਰਦਾ, ਉਹਦਾ ਕੋਈ ਕੁਛ ਨਹੀਂ ਨਿਕਲਿਆ, ਉਹਦਾ ਡੱਬਾ ਖਾਲੀ ਹੈ ਉਹਨਾਂ ਦਾ। ਤੇ ਜਿਹੜਾ ਹੁਣ ਵੀ ਕੀਤਾ, ਇਹਦਾ ਕੀ ਨਿਕਲਣਾ? ਇਹਨਾਂ ਨੇ ਰਾਸ਼ਟਰਪਤੀ ਪਹਿਲਾਂ ਗਵਰਨਰ ਸਾਹਿਬ ਕੋਲ ਭੇਜਤਾ, ਗਵਰਨਰ ਸਾਹਿਬ ਭੇਜਣਗੇ ਉੱਪਰ, ਹਾਂਜੀ ਬਸ, ਜਾਂ ਸੁਪਰੀਮ ਕੋਰਟ ਜਾਣਗੇ। ਇਹਦਾ ਕੁਛ ਕੋਈ ਹੱਲ ਨਹੀਂ, ਇਹਦਾ ਹੱਲ ਹੀ ਨਿਕਲਣਾ, ਕੋਈ ਐ ਥੋੜੀ ਜਿਹੀ। ਬੇਸਿਕਲੀ
ਆਹ ਕਿਸਾਨਾਂ ਨਾਲ ਅਸਲੀ ਸ਼ੋਸ਼ਣ ਜਿਹੜਾ ਹੈਗਾ, ਅਸਲੀ ਧੱਕਾ ਕਰ ਰਹੀ ਹੈ ਕਾਂਗਰਸ ਪਾਰਟੀ, ਕਰ ਰਹੀ ਹੈ, ਇਹਨਾਂ ਨੂੰ ਮੂਰਖ ਬਣਾ ਰਹੀ ਹੈ। ਇਹਨਾਂ ਨੂੰ ਕਿਉਂ ਨਹੀਂ ਦੱਸਦੇ ਵੀ ਵੀ ਇਹਦੇ ਨਾਲ ਜਿਹੜਾ ਅਸੀਂ ਬਿੱਲ ਪਾਸ ਕੀਤਾ ਇਹਦੇ ਨਾਲ ਕੱਖ ਨਹੀਂ होना, ये साधन गया। बिल्कुल। अन्य पार्टियों द्वारा हमेशा आरोप लगाए जाते हैं बीजेपी पे कि ये बीजेपी पंजाब विरोधी पार्टी है, इस पर आपको क्या कहना है? एक्चुअली ना जिसको कोई गल ना आवे, दूसरी पार्टी को कोई गल नहीं है करन की, कोई मुद्दा नहीं है इन्हां कोल करन दा। बीजेपी पंजाब विरोधी है, कित्थों पंजाब विरोधी है? जे पंजाब बारे किसी ने सोचा है तो नरेंद्र मोदी जी ने सोचा, भारतीय जनता पार्टी ने सोचा। जे करतारपुर साहब का कॉरीडोर खुलिया देश के प्रधानमंत्री जी की बदौलत खुलिया, अज की क्रेडिट जो मर्जी ली जाए। जे देश के प्रधानमंत्री जी ने चाहया भी खुलना चाहिए तो खुलिया। जे पंजाब चो जे अपने नौजवान बाहर गए सी विदेशों पोलीटिकल असाइलम लीती सी उन्होंने, काली सूची जिन्हें आप कह रहे हैं, उत्थे जाके स्टे है वो पोलीटिकल असाइलम लैंदे रहने लई, वो बेचारे लोग इत्थे हिंदुस्तान आउण नूं तरसदे ने, पंजाब च आउण नूं तरसदे ने। काली सूची किहने खत्म की? मोदी जी ने की। सो ऐसे जिहड़े पंजाब दे बारे गल्लां करदे ने, कोई मुद्दा नहीं हैगा भी असीं गल कर सकीए। जे 84 दे कतलेआम होए, सज़ा किहने दित्ती इन्ने सालां च? ऑन रिकॉर्ड गल्लां ने, मैं कोई आई नहीं कह रहा कोई आर्टिफिशियल गल दसना तुहानूं, ऑन रिकॉर्ड है भी 84 के कतलेआम होए, इन्नी देर तो पंजाब के लोग कहते सी भी इन्हां नूं सज़ा होनी चाहिए है, वो मोदी जी की सरकार चली है। सो ये जिहड़े भरम भुलेखे पा रहे हैं, इन्हां दे पल्ले कुछ नहीं हैगा। पंजाब के लोग समझदार ने, वो अपना फैसला 2022 देंगे। पंजाब च भारतीय जनता पार्टी को सेवा करने का मौका जनता देगी, तो असीं सेवा करके दिखावांगे। जिवें हरियाणा अगे वध रहा है, जिवें हिमाचल अगे वध रहा है, उवें भारतीय जनता पार्टी पंजाब अगे वधाऊगी। इत्थे डिवेलपमेंट होगी, इत्थे इंडस्ट्री आऊगी, एक तरह का रेवोल्यूशन के स्टैप इत्थे पंजाब चुके जाएंगे। परमात्मा कृपा करे लोग 2022 सही फैसला लैन ते असीं काम करके दिखावांगे काम किवें होंदा। ते तुहाडा कोई जनता नूं संदेश जी? मेरा एक ही संदेश है जी कि पंजाब च आपां भाईचारक सां बना के रखनी है। आप इत्थे नफरत की राजनीति नहीं करनी, आप इत्थे मुद्दों की गल करनी है। तो किसी भी भरम भुलेखे कोई भी पार्टी पावे पंजाब के लोगों को उन्होंने तो बच के रहन, क्योंकि आ लोग वो ने झूठे लोग ने जिहड़े कि गुटका साहब की सौं खा के झूठे वादे करके सरकार बनाते हैं। सरकार बनाने तो बाद 4 साल अपने घरों चों नहीं निकलते। हुण अखीरला समा साल क रह गया, हुण इत्थे उद्घाटन करते हैं इधर उधर जाके, या किसानों के जथेबंदियों के आड़ च इन्हां नूं भड़काउण दा काम कर रहे हैं। सो इन्हां तो सारिਆਂ ਤੋਂ बच के रहना चाहिए। अपना व्यापार के लिए ध्यान दें, अपने परिवार के लिए ध्यान दें। कांग्रेस दी आम आदमी पार्टी के जिहड़े विचारधारा ने, सोच इन्हां दी गल्लां ते कोई सीरियसली ना लैन, भारतीय जनता पार्टी ते विश्वास रखन। असीं पंजाब नूं अगे लैके जावांगे। आ मेरा पंजाब दे लोकां नाल वादा। बहुत बहुत धन्यवाद तुहाडा जी। थैंक यू। ते सानूं बहुत वधिया गुरतेज सिंह ढिल्लों जी ने जवाब दिते जिहड़े, ते असीं अगले कार्यक्रम दे विच फिर मिलदे हां। जय भारत, जय हिंद।